जी अपना मैं जी हरप्रीत सिंह सिद्धवा किसान मजदूर संघर्ष कमेटी पंजाब का आगू। ये सारा मसला ਅੱਜ ਜੀ ਸਾਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਅੱਗੇ ਜਿਹੜੇ ਆ ਉਹ ਧਰਨੇ ਚੱਲ ਰਹੇ ਆ। ਇਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਵਾ ਉਹ ਕੁਝ ਕੇਂਦਰ ਸਰਕਾਰ ਨਾਲ ਸੰਬੰਧਿਤ ਆ, ਕੁਝ ਸੂਬੇ ਦੀ ਪੰਜਾਬ ਸਰਕਾਰ ਨਾਲ ਸੰਬੰਧਿਤ ਆ। ਮੰਗਾਂ ਜਿਵੇਂ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ, ਲਿਖਤੀ ਵਾਅਦਾ ਕੀਤਾ ਸੀ ਵੀ 23 ਫਸਲਾਂ ਦਾ ਖਰੀਦ ਦਾ ਗਰੰਟੀ ਕਾਨੂੰਨ ਬਣਾਇਆ ਜਾਊਗਾ। ਜਿਹੜਾ ਲਖੀਮਪੁਰ ਖੀਰੀ ਘਟਨਾ ਹੋਈ ਆ ਉਹਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜਿਹੜੇ ਸਾਡੇ ਉੱਥੇ 750 ਕਿਸਾਨ ਸ਼ਹੀਦ ਹੋਇਆ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹ ਜਿਉਂ ਦੀ ਤਿਉਂ ਹੀ ਆ। ਉਸ ਤੋਂ ਅੱਗੇ ਜਿਹੜਾ ਵਾ ਆ ਗਰਮੀ ਕਾਰਨ ਕਣਕ ਦਾ ਜਿਹੜਾ ਝਾੜ ਘਟਿਆ ਵਾ ਉਹ ਸਾਡੀ ਮੰਗ ਆ ਵੀ 500 ਰੁਪਈਆ ਪ੍ਰਤੀ ਕੁਇੰਟਲ ਜਿਹੜਾ ਉਹ ਬੋਨਸ ਦਿੱਤਾ ਜਾਵੇ। ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਉਹਦੇ ਨਾਲ ਪੰਜਾਬ ਸਰਕਾਰ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਮੰਗਾਂ ਵੀ ਬਿਜਲੀ ਦਾ ਪ੍ਰਬੰਧ ਜਿਹੜਾ ਬਹੁਤ ਹੀ ਨਾਕਸ ਹੋ ਚੁੱਕਾ ਵਾ। ਅੱਜ ਜੇ ਪੰਜਾਬ ਦੀ ਗੱਲ ਕਰੀਏ ਤੇ ਚਾਹੇ ਉਹ ਖੇਤੀ ਮੋਟਰਾਂ ਦੀ ਬੱਤੀ ਗੱਲ ਕਰ ਲਈਏ, ਘੰਟਾ 2 ਘੰਟੇ ਮਿਲ ਰਹੀ ਆ ਦੂਜੇ ਤੀਜੇ ਦਿਨ, ਤੇ ਜਿਹੜਾ 24 ਘੰਟੇ ਅਰਬਨ ਸਪਲਾਈ ਆ ਉਹਦਾ ਵੀ ਬਹੁਤ ਬੁਰਾ ਹਾਲ ਆ। 10-10 12-12 ਘੰਟੇ ਦੇ ਕੱਟ ਲੱਗ ਰਹੇ ਆ। ਹੁਣ ਝੋਨੇ ਦਾ ਸੀਜ਼ਨ ਨੇੜੇ ਆ, ਉਹ ਬਿਜਲੀ ਦਾ ਪ੍ਰਬੰਧ ਦਰੁਸਤ ਕੀਤਾ ਜਾਵੇ ਤੇ ਬਿਜਲੀ 10 ਘੰਟੇ ਖੇਤੀ ਮੋਟਰਾਂ ਨੂੰ ਦਿੱਤੀ ਜਾਵੇ। ਉਹਦੇ ਨਾਲ ਨਾਲ ਜਿਹੜਾ ਨਹਿਰੀ ਪ੍ਰਬੰਧ ਆ ਉਹ ਬਿਲਕੁਲ ਤਹਿਸ ਨਹਿਸ ਹੋ ਚੁੱਕਾ ਵਾ। ਝੋਨੇ ਦਾ ਸੀਜ਼ਨ ਸਿਰ ਤੇ, ਪਰ ਅੱਜ ਤੱਕ ਇੱਕ ਵੀ ਕਿਸੇ ਨਹਿਰ ਦੀ ਸੂਏ ਦੀ ਖਲਾਈ ਨਹੀਂ ਕਰਾਈ ਗਈ। ਉਹ ਸਾਡੀ ਮੰਗ ਆ ਵੀ ਨਹਿਰਾਂ ਸੂਇਆਂ ਦੀ ਖਲਾਈ ਕਰਾ ਕੇ ਪਾਣੀ ਛੱਡਿਆ ਜਾਵੇ ਤਾਂ ਕਿ ਨਹਿਰਾਂ 'ਚ ਪਾਣੀ ਆਊਗਾ ਤੇ ਜ਼ਮੀਨ ਹੇਠਲਾ ਪਾਣੀ ਜਿਹੜਾ ਵਾ ਉਹਦੀ ਘੱਟ ਵਰਤੋਂ ਹੋਊਗੀ ਤੇ ਉਹ ਪਾਣੀ ਜਿਹੜਾ ਸਾਡਾ ਬਚੂਗਾ। ਉਹਦੇ ਨਾਲ ਨਸ਼ਾ ਮੁਕਤੀ ਆ। ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਵੀ 24 ਘੰਟਿਆਂ ਦੇ ਵਿੱਚ ਨਸ਼ਾ ਮੁਕਤੀ ਕਰਾਂਗੇ। ਉਹ ਨਸ਼ਾ ਜਿਹੜਾ ਅੱਜ ਵੀ ਨੌਜਵਾਨ ਬੱਚੇ ਬੱਚੀਆਂ ਸਾਡੇ ਉਹ ਨਸ਼ੇ ਨਾਲ ਰੋਜ਼ ਆਪਣੀ ਜੀਵਨ ਜਿਹੜੀ ਲੀਲਾ ਖਤਮ ਕਰ ਰਹੇ ਆ। ਨਸ਼ੇ ਕਰ ਕਰਕੇ ਰੋਜ਼ਾਨਾ ਹੀ ਮੌਤ ਦੇ ਘਾਟ ਵਿੱਚ ਜਾ ਰਹੇ ਆ। ਉਹਦੇ ਨਾਲ ਭ੍ਰਿਸ਼ਟਾਚਾਰ ਦੀ ਮੰਗ ਆ ਵੀ ਸਰਕਾਰ ਨੇ ਵਾਅਦਾ ਕੀਤਾ ਵੀ ਭ੍ਰਿਸ਼ਟਾਚਾਰ ਮੁਕਤ ਕਰਾਂਗੇ, ਪਰ ਕਿਸੇ ਵੀ ਦਫ਼ਤਰ ਦੇ ਵਿੱਚ ਜਾ ਕੇ ਵੇਖ ਲਓ ਉਸੇ ਤਰ੍ਹਾਂ ਭ੍ਰਿਸ਼ਟਾਚਾਰ ਜਿੱਦਾਂ ਪਹਿਲੀਆਂ ਸਰਕਾਰਾਂ ਸਮੇਂ ਉੱਦਾਂ ਹੀ ਲੋਕਾਂ ਦੀਆਂ ਦਫ਼ਤਰਾਂ 'ਚ ਕੰਮ ਕਰਾਉਣ ਵਾਲਿਆਂ ਦੀਆਂ ਜੇਬਾਂ ਫਰੋਲੀਆਂ ਜਾਂਦੀਆਂ ਵਾ, ਜੇਬਾਂ ਟੋਹੀਆਂ ਜਾਂਦੀਆਂ ਵਾ ਤੇ ਕੰਮ ਧੰਦੇ ਜਿਹੜੇ ਲੋਕਾਂ ਦੇ ਉਹ ਨਹੀਂ ਕੀਤੇ ਜਾਂਦੇ। ਇਹ ਸਾਰੀਆਂ ਸਾਡੀਆਂ ਮੰਗਾਂ ਵਾ ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਡੀਸੀ ਦਫ਼ਤਰ ਤਰਨਤਾਰਨ ਗੜੀ ਧਰਨਾ ਲਾ ਕੇ ਬੈਠੇ ਹਾਂ। ਨਹੀਂ, ਅਜੇ ਤੱਕ ਅਸੀਂ 12 ਵਜੇ ਦੇ ਇੱਥੇ ਬੈਠੇ ਹਾਂ। ਕਿਸੇ ਵੀ ਅਧਿਕਾਰੀ ਨੇ ਇੱਥੇ ਆਉਣਾ ਮੁਨਾਸਬ ਨਹੀਂ ਸਮਝਿਆ, ਕਿਉਂਕਿ ਦਫ਼ਤਰਾਂ ਦੇ ਵਿੱਚ ਬੈਠੇ ਆ। ਜਦੋਂ ਕੋਈ ਆਪਣੇ ਕੰਮ ਬਦਲੇ ਜਾਂਦਾ ਉਦੋਂ ਇੱਕੋ ਗੱਲ ਕਹੀ ਜਾਂਦੀ ਆ ਵੀ ਅਸੀਂ ਸਿਸਟਮ ਸਹੀ ਕਰ ਰਹੇ ਆ, ਸਾਰਾ ਕੁਝ ਸਹੀ ਕਰ ਦੇਣਾ। ਇੱਕੋ ਗੱਲ ਕਹਿ ਕੇ ਲੋਕਾਂ ਨੂੰ ਵਾਪਸ ਮੋੜਿਆ ਜਾਂਦਾ ਵਾ। ਕੋਈ ਅਧਿਕਾਰੀ ਨਹੀਂ ਆਇਆ। ਕਿਤੇ ਵੀ ਦਫ਼ਤਰਾਂ ਦੇ ਵਿੱਚ ਲੋਕਾਂ ਦੇ ਕੰਮ ਧੰਦੇ ਨਹੀਂ ਹੋ ਰਹੇ, ਲੋਕ ਭ੍ਰਿਸ਼ਟਾਚਾਰ ਕਰ ਰਹੇ ਆ। ਅਸੀਂ ਤੇ ਸਾਡੀ ਤੇ ਮੰਗ ਆ ਵੀ ਸਰਕਾਰ ਕਿਉਂ ਨਹੀਂ ਕਾਨੂੰਨ ਬਣਾਉਂਦੀ ਹੋਈ। ਆ ਨਸ਼ਾ ਖਤਮ ਕਰ ਲੱਗਿਆ, ਭ੍ਰਿਸ਼ਟਾਚਾਰ ਖਤਮ ਕਰ ਲੱਗਿਆ, ਆ ਗੁੰਡਾਗਰਦੀ ਖਤਮ ਕਰ ਲੱਗਿਆ। ਸਰਕਾਰ ਦਾ 1 ਰੁਪਈਆ ਨਹੀਂ ਲੱਗਦਾ, ਕੋਈ ਪੈਸਾ ਨਹੀਂ ਲੱਗਦਾ, ਖਜ਼ਾਨੇ 'ਚੋਂ ਪੈਸਾ ਨਹੀਂ ਲੱਗਣਾ। ਸਿਰਫ ਸਰਕਾਰ ਦੀ ਨੀਅਤ ਤੇ ਨੀਤੀ ਸਹੀ ਹੋਣੀ ਚਾਹੀਦੀ ਆ। ਉਹਦੇ ਵਿੱਚ ਬਹੁਤ ਵੱਡਾ ਫਰਕ ਆ। ਜਿੱਦਾਂ ਪਹਿਲੀਆਂ ਸਰਕਾਰਾਂ ਗੋਲਮੋਲ ਕਰਦੀਆਂ ਸੀ, ਟਾਲ ਮਟੋਲ ਕਰਦੀਆਂ ਸੀ, ਉੱਦਾਂ ਇਹ ਦਿਨ ਕੱਟੀ ਕਰ ਰਹੇ ਆ। ਕਿਉਂ ਨਹੀਂ ਸਖਤ ਕਾਨੂੰਨ ਬਣਾ ਕੇ ਜਿਨ੍ਹਾਂ ਚੀਜ਼ਾਂ ਤੇ 1 ਰੁਪਈਆ ਨਹੀਂ ਲੱਗਦਾ ਉਹਨਾਂ ਚੀਜ਼ਾਂ ਤੇ ਕੰਮ ਕੀਤਾ ਜਾਂਦਾ। ਬੰਦ ਕਰਾਉਣ ਤੇ 1 ਪੈਸਾ ਨਹੀਂ ਗਾ ਲੱਗਣਾ। ਇਹ ਸਾਰਾ ਕੁਝ ਜਿਹੜਾ ਵਾ ਉਹ ਦੱਸ ਦਿੱਤਾ ਗਿਆ। ਪਿੰਡ ਜਾ ਕੇ ਆਪਾਂ ਰਣਜੀਤ ਕੌਰ ਕੱਲਾ ਇਸਤਰੀ ਵਿੰਗ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿਹੜੀ ਇਸਤਰੀ ਵਿੰਗ ਦੀ ਪ੍ਰਧਾਨ। ਵੇਖੋ ਜੀ, ਧਰਨਾ ਸੀ ਜਿਹੜਾ ਸਾਡੀਆਂ ਪਹਿਲਾਂ ਤੇ ਪਹਿਲੀ ਗੱਲ ਹੈ ਕਿ ਸਾਡੀਆਂ ਬਹੁਤ ਲੰਮੇ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਸੀ ਅਸੀਂ ਉਹ ਜਿਹੜੀਆਂ ਸਾਡੀਆਂ ਰੱਖੀਆਂ ਆ। ਤੇ ਜਿਹੜੀਆਂ ਸਾਡੀਆਂ ਨਵੀਆਂ ਮੰਗਾਂ ਆ ਉਹਦੇ ਵਿੱਚ ਇਹ ਕਿ ਜਿਹੜੀ ਕਣਕ ਜਿਹੜੀ ਆ ਇਸ ਵਾਰ ਕਿਸਾਨਾਂ ਦੀ ਜਿਹੜੀ ਘੱਟ ਨਿਕਲੀ ਆ ਉਹਦੇ ਵਿੱਚ ਅਸੀਂ 500 ਰੁਪਏ ਦਾ ਜਿਹੜਾ ਬੋਨਸ ਆ ਉਹਦੀ ਮੰਗ ਕਰਦੇ ਆ। ਤੇ ਦੂਜੇ ਨੰਬਰ ਤੇ ਇਹ ਮੰਗ ਕਰਦੇ ਆ ਕਿ ਜਿਹੜਾ ਸਾਡਾ ਪੰਜਾਬ ਆ ਨਸ਼ਾ ਮੁਕਤ ਕੀਤਾ ਜਾਵੇ ਤੇ ਜਿਹੜਾ ਨਸ਼ਾ ਆ ਛੇਵਾਂ ਦਰਿਆ ਵਗਦਾ ਇਹਨੂੰ ਜਿਹੜਾ ਆ ਬੰਦ ਕੀਤਾ ਜਾ, ਕਿਉਂਕਿ ਇੱਕ ਨਸ਼ਾ ਹੀ ਆ ਜਿਹੜੀ ਆ ਉਹ ਇਹੋ ਹੀ ਜੜ ਆ ਕਿ ਜਿਹੜੀਆਂ ਬਾਕੀ ਜਿਹੜੀਆਂ ਆ ਭ੍ਰਿਸ਼ਟਾਚਾਰ ਨੂੰ ਜਨਮ ਦਿੰਦਾ ਤੇ ਬਾਕੀ ਗੁਨਾਹਾਂ ਨੂੰ ਜਨਮ ਦਿੰਦਾ ਹੈ। ਇਹ ਤਾਂ ਸਰਕਾਰ ਨੂੰ ਇਹੋ ਮੰਗ ਕਰਦੇ ਕਿ ਇੱਥੇ ਛੇਤੀ ਤੋਂ ਛੇਤੀ ਲਗਾਮ ਪਾਈ ਜਾਵੇ। ਪਰ ਸਰਕਾਰ ਦਾਅਵਾ ਕਰਦੀ ਪਈ ਉਹ ਕਹਿੰਦੀ ਨਸ਼ਾ ਹੀ ਖਤਮ ਕਰ ਦਿੱਤਾ ਹੈ। ਵੇਖੋ ਜੀ, ਸਰਕਾਰਾਂ ਦੇ ਦਾਅਵੇ ਬਹੁਤ ਜ਼ਿਆਦਾ ਕਰਦੀਆਂ ਹੈ। ਅੱਜ ਤੱਕ ਸਰਕਾਰਾਂ ਦੇ ਲਾਰੇ ਰੱਪੇ ਰਹੇ ਦਾਅਵੇ ਤੇ ਜਿਹੜੇ 75 ਸਾਲਾਂ ਤੋਂ ਸਰਕਾਰਾਂ ਕਰਦੀਆਂ ਆ ਰਹੀਆਂ ਹੈ, ਪਰ ਜਿਹੜਾ ਅੱਜ ਦੇ ਇਹਨਾਂ ਨੇ ਪੰਜਾਬ ਵਿੱਚ ਛੇਵਾਂ ਦਰਿਆ ਨਸ਼ੇ ਦਾ ਵਕਾਇਆ ਹੈ ਇਹਦੇ ਵਿੱਚ ਕਿਸੇ ਵੀ ਸਰਕਾਰ ਦਾ ਅਜੇ ਤੱਕ ਧਿਆਨ ਨਹੀਂ ਆ। ਕਿਉਂਕਿ ਜੇ ਨਸ਼ਾ ਬੰਦ ਹੋਣਾ ਚਾਹਵੇ, ਅਸੀਂ ਸਾਡੀ ਜਿੱਥੋਂ ਤੱਕ ਸਮਝਿਆ ਅਸੀਂ ਤੇ ਇਹ ਚਾਹੁੰਦੇ ਕਿ ਜੇ ਨਸ਼ਾ ਬੰਦ ਹੋਣਾ ਚਾਹਵੇ ਤੇ ਨਸ਼ਾ 4 ਹਫ਼ਤੇ ਕੀ ਸਰਕਾਰ 10 ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਸਕਦੀ ਹੈ। ਉਹਦੀ ਵਜ੍ਹਾ ਇਹ ਕਿ ਜਦੋਂ ਸਰਕਾਰ ਦੇ ਆਪਸ ਵਿੱਚ ਦੀ ਜਦੋਂ ਪ੍ਰੋਗਰਾਮ ਹੁੰਦੇ ਤੇ ਉਹਨਾਂ ਗੱਡੀਆਂ ਦੀ ਚੈਕਿੰਗ ਕਰ ਕਰਕੇ ਸਰਕਾਰਾਂ ਨਿਗਾਉਂਦੀਆਂ ਹੈ ਤੇ ਜਦੋਂ ਨਸ਼ਾ ਵੇਖਦਾ ਤਾਂ ਉਹ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਵੇਖਦਾ। ਜੇ ਸਰਕਾਰਾਂ ਚਾਹੁਣ ਤਾਂ ਬੰਦ ਕਰ ਸਕਦੀਆਂ, ਕਿਉਂਕਿ ਮਿਲੇ ਹੱਥਾਂ ਤੋਂ ਬਿਨਾਂ ਜਿਹੜਾ ਨਸ਼ਾ ਉਹ ਪਾਸ ਨਹੀਂ ਹੋ ਸਕਦਾ। ਉਹ ਕਹਿੰਦੇ ਦੁਨੀਆ ਸਰਕਾਰਾਂ ਨੂੰ ਤੁਸੀਂ
70 ਸਾਲ ਦਿੱਤੇ ਨੇ, ਸਾਨੂੰ 70 ਦਿਨ ਹੀ ਦੇ ਕੇ ਦੇਖੋ। ਵੇਖੋ ਜੀ ਅਸੀਂ ਤੇ ਚਾਹੁੰਦੇ ਆ ਕਿ ਜਿਹੜਾ ਅਸੀਂ ਕਿਸੇ ਵੀ ਆਪਣੀ ਜਿਹੜੀ ਆ ਚੋਣ ਪ੍ਰਣਾਲੀ ਆ, ਸਾਡੀ ਜਿਹੜੀ ਕਮੇਟੀ ਆ ਉਹ ਹੀ ਆ ਜਿਹੜੀ ਆ ਸਾਡੀ ਯੂਨੀਅਨ ਆ, ਅਸੀਂ ਉਹ ਤੇ ਚੋਣ ਪ੍ਰਣਾਲੀ ਤੇ ਵਿਸ਼ਵਾਸ ਨਹੀਂ ਰੱਖਦੇ। ਫਿਰ ਵੀ ਜੋ ਸਰਕਾਰ ਨੇ 70 ਸਾਲਾਂ ਤੋਂ ਕੀਤਾ ਆ, ਅਸੀਂ ਇਹ ਸਰਕਾਰ ਨੂੰ ਜਿਹੜਾ ਆ ਅਸੀਂ ਅਜੇ ਮੌਕਾ ਦਿੱਤਾ ਵੀ। ਅਸੀਂ ਇਹ ਕਹਿੰਦੇ ਆ ਕਿ ਇਹ ਨਵੀਂ ਸਰਕਾਰ ਆਈ ਆ, ਅਜੇ ਕੁਝ ਸੁਧਾਰ ਕਰਨ ਵਾਸਤੇ ਕੁਝ ਟਾਈਮ ਲੱਗਦਾ ਆ। ਇਹਦੇ ਵਿੱਚ ਸਰਕਾਰ ਨੂੰ ਅਸੀਂ ਤਾਂ ਹੀ ਅੱਜ ਜਿਹੜਾ ਧਰਨਾ ਰੱਖਿਆ ਹੈ, ਇਹਦੇ ਵਿੱਚ ਸਾਡੀਆਂ ਇਹੋ ਐਵੇਂ ਮੰਗਾਂ ਆ ਕਿ ਜਿਹੜੀਆਂ ਸਰਕਾਰਾਂ ਆ ਉਹ ਇੱਕ ਨਸ਼ੇ ਤੇ ਲਗਾਮ ਪਾਉਣ, ਸਾਡੇ ਬੱਚਿਆਂ ਦੀ ਐਜੂਕੇਸ਼ਨ ਦੇਣ, ਸਾਡੇ ਜਿਹੜੀ ਨੌਜਵਾਨੀ ਬਾਹਰ ਜਾ ਰਹੀ ਆ ਉਹ ਤੇ ਥੋੜੀ ਬਹੁਤੀ ਠੱਲ ਦਿੱਤੀ ਜਾਵੇ, ਕਿਉਂਕਿ ਇਹ ਸਰਕਾਰਾਂ ਦਾ ਬੜਾਵਾ ਆ ਕਿ ਜਿਹੜੀਆਂ ਬਾਹਰਲੀਆਂ ਜਿਹੜੀਆਂ ਆ ਸਟੇਜਾਂ ਆ, ਬਾਹਰਲੇ ਜਿਹੜੀਆਂ ਕੰਟਰੀਆਂ ਉਹਨਾਂ ਤੋਂ ਸਾਡੇ ਵਧੀਆ ਦਿਮਾਗ ਪੜ੍ਹੇ ਲਿਖੇ ਜਿਹੜੇ ਆ ਉਹ ਜਾ ਰਹੇ ਆ। ਉਹ ਸਰਕਾਰ ਦੀਆਂ ਮਾਰੀਆਂ ਨੀਤੀਆਂ, ਜੇ ਸਰਕਾਰਾਂ ਨੌਕਰੀਆਂ ਦੇਣ, ਸਾਡੇ ਬੱਚੇ ਇੱਥੇ ਪੜ੍ਹਨ, ਐਜੂਕੇਸ਼ਨ ਦਾ ਜਿਹੜਾ ਧਿਆਨ ਦਿੱਤਾ ਜਾਵੇ। ਬਾਕੀ ਜਿਹੜੀਆਂ ਇਸਤਰੀਆਂ ਆ ਉਹਨਾਂ ਦੀ ਰਿਸਪੈਕਟ ਕੀਤੀ ਜਾਵੇ ਤੇ ਉਹਨਾਂ ਵਾਸਤੇ ਖਾਸ ਧਿਆਨ ਦਿੱਤਾ ਜਾਵੇ, ਕਿਉਂਕਿ ਜਿਹੜੀਆਂ ਇਸਤਰੀਆਂ ਉਹ ਬਾਹਰ ਨਿਕਲ ਕੇ ਕੋਈ ਕੰਮ ਧੰਦੇ ਜਾਣਾ ਹੁੰਦਾ ਆ, ਉਹਨਾਂ ਦੀ ਖੋਹ ਮਾਈ ਹੁੰਦੀ ਆ, ਉਹ ਤੇ ਚੋਰੀਆਂ ਜਿਹੜੀਆਂ ਹੁੰਦੀਆਂ ਆ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਤੇ ਜਿਹੜੀ ਆ ਠੱਲ ਪਾਈ ਜਾਵੇ ਤੇ ਕਿਸਾਨਾਂ ਨੂੰ ਉਹਨਾਂ ਦੇ ਫੰਡ ਦੇ ਜਿਹੜੇ ਰੇਟ ਫਸਲਾਂ ਦੇ ਉਹ ਦਿੱਤੇ ਜਾਣ। ਉਹ ਕਹਿੰਦੇ ਨਵੀਂ ਸਰਕਾਰ ਬਣਦੇ ਸਾਰ ਬਦਲਾਅ ਆ ਗਿਆ ਹੈ, ਤੁਸੀਂ ਕਿਹੋ ਜਿਹਾ ਬਦਲਾਅ ਚਾਹੁੰਦੇ ਜੋ? ਅਸੀਂ ਵੇਖੋ ਜੀ ਬਦਲਾਅ ਤਾਂ ਨਵੀਂ ਸਰਕਾਰ ਤੇ ਤੁਸੀਂ ਵੇਖਣ ਦੇ ਜੇ ਜਿਹੜੇ ਬਦਲਾਅ ਹੈ, ਅਸੀਂ ਅੱਜ ਵੀ ਸੜਕਾਂ ਤੇ ਹਾਂ ਤੇ ਅਸੀਂ ਪਹਿਲਾਂ ਵੀ ਸੜਕਾਂ ਤੇ ਹਾਂ। ਬਦਲਾਅ ਜੇ ਸਰਕਾਰ ਚਾਹੁੰਦੀ ਆ ਤੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ, ਆਪਣੇ ਹੱਕ ਸੱਚ ਦੀ ਜਿਹੜੀ ਆ, ਕਿਸਾਨ ਜਿਹੜੀਆਂ ਮੰਗਾਂ ਮੰਨਦੇ ਆ ਉਹਨਾਂ ਨੂੰ ਸਵਾਮੀਨਾਥਨ ਦੇ ਰੇਟਾਂ ਦੇ ਜਿਹੜੇ ਆ ਉਹ ਰੇਟ ਦਿੱਤੇ ਜਾਣ, ਐਜੂਕੇਸ਼ਨ ਦਾ ਦਿੱਤਾ ਜਿਹੜਾ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ। ਬਾਕੀ ਕਿ ਜਿਹੜੇ ਸਾਡਾ ਹੈ ਜਿਹੜਾ ਬਿਜਲੀ ਆ ਉਹ ਸਹੀ ਇਹ ਨਹੀਂ ਚਾਹੁੰਦੇ ਕਿ ਸਾਨੂੰ 600 ਯੂਨਿਟ ਦਿਓ ਜਾਂ 700 ਯੂਨਿਟ ਦਿਓ, ਇੱਕ ਅਸੀਂ ਭਿਖਾਰੀ ਨਹੀਂ ਬਣਨਾ ਚਾਹੁੰਦੇ। ਸਾਡੀ ਬਿਜਲੀ ਜਿਹੜੀ ਉਹ ਸਸਤੀ ਦਿੱਤੀ ਜਾਵੇ ਤੇ ਸਾਨੂੰ ਬੇਸ਼ੱਕ ਦੀ ਜਿਹੜੇ ਬਿੱਲ ਲਾਏ ਜਾਣ। ਤੁਸੀਂ ਹੋਰ ਮੰਗਾਂ ਬਹੁਤ ਸਰਕਾਰ ਦੇ ਅੱਗੇ ਰੱਖੀਆਂ ਨੇ, ਮੰਡੀਕਰਨ ਕਿਉਂ ਨਹੀਂ ਮੰਗਦੇ ਪਏ ਸਰਕਾਰ? ਅਸੀਂ ਵੇਖੋ ਜੀ ਸ਼ੁਰੂ ਤੋਂ ਹੀ ਅਸੀਂ ਕਹਿੰਦੇ ਕਿ ਸਾਡਾ ਮੰਡੀਕਰਨ ਜਿਹੜਾ ਉਹ ਬਣਿਆ ਰਵੇ। ਸਰਕਾਰੀ ਆਂਦਰੇ ਜਿਹੜੇ ਆ ਉਹ ਸਰਕਾਰਾਂ ਨੇ ਗਹਿਣੇ ਪਾ ਦਿੱਤੇ ਆ, ਵੇਚ ਦਿੱਤੇ ਆ। ਜਦੋਂ ਦਾ ਦਿੱਲੀ ਮੋਰਚੇ ਤੇ ਅਸੀਂ ਲਾਏ ਆ ਉਹ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਦਵਾਈ ਵੀ ਪਾਈ ਆ। ਅਸੀਂ ਇਹ ਗੱਲ ਮੰਨਦੇ ਆ ਕਿ ਸਾਡੇ ਜਿਹੜੇ ਕਿਸਾਨ ਆ ਨਾ ਉਹਨਾਂ ਦਾ ਦਿਲ ਵੀ ਨਹੀਂ ਹੈਗਾ। ਜਿਹੜੇ ਸੈਲੋ ਗੋਦਾਮ ਸਰਕਾਰਾਂ ਨੇ ਬਣਾਏ ਸੀ, ਇਹ ਬਾਦਲਾਂ ਦੀ ਸਰਕਾਰਾਂ ਦੇ ਵੇਲੇ ਬਣੇ ਸੀ, ਜਿਹੜੇ ਆ ਉਹ ਅੱਜ ਉਹੀ ਕਾਰਨ ਆ ਕਿ ਜਿਹੜੇ ਮੰਡੀਕਰਨ ਖਤਮ ਹੁੰਦਾ ਜਾ ਰਿਹਾ। ਜੇ ਅੱਜ ਮੰਡੀਕਰਨ ਖਤਮ ਹੋ ਗਿਆ ਤੇ ਪੰਜਾਬ ਦੀ ਕਿਸਾਨੀ ਜਿਹੜੀ ਬਿਲਕੁਲ ਖਤਮ ਹੋ ਜਾਊਗੀ। ਪਰ ਭੈਣ ਜੀ ਇਕੱਠੇ ਹੋ ਗਏ ਦਿੱਲੀ ਦੇ ਵਿੱਚ ਸਾਲ ਡੇਢ ਸਾਲ ਧਰਨਾ ਲੱਗਾ ਰਿਹਾ, ਜਿਨ੍ਹਾਂ ਦੇ ਖਿਲਾਫ ਧਰਨਾ ਲੱਗਾ ਰਿਹਾ, ਐਤਕੀ ਉਹਨਾਂ ਨੂੰ ਹੀ ਕਣਕ ਵੇਚੀ ਗਈ ਦਾਨੀ ਬਾਨੀਆਂ ਨੂੰ। ਵੇਖੋ ਜੀ ਇਹ ਸਰਕਾਰ ਦੀ ਵੀ ਕਿਤੇ ਨਾ ਕਿਤੇ ਜਿਹੜੀ ਸੀ ਉਹ ਉਹਨਾਂ ਦੀ ਚਾਲ ਸੀ। ਉਹ ਤੋਂ ਬਾਅਦ ਜਿਹੜੇ ਸਰਕਾਰ ਸਾਡੇ ਕਿਸਾਨ ਸਰਕਾਰ ਦੀ ਚਾਲ ਦੇ ਵਿੱਚ ਕਿਉਂ ਫਸੇ? ਸਰਕਾਰ ਦੀ ਚਾਲ ਵਿੱਚ ਇਹ ਫਸੇ ਵੀ ਅੱਜ ਜਿਹੜੀਆਂ ਮੋਗੇ ਵਾਲੇ ਪਾਸੇ ਆ 11-12 ਮੰਡੀਆਂ ਜਿਹੜੀਆਂ ਬੰਦ ਕੀਤੀਆਂ ਗਈਆਂ ਆ, ਉੱਥੋਂ ਕਿਸਾਨਾਂ ਦੀ ਜਿਹੜੀ ਕਣਕ ਆ ਉਹ ਨਹੀਂ ਚੁੱਕੀ ਗਈ। ਕਿਸਾਨਾਂ ਕਈਆਂ ਦੀ ਮਜਬੂਰੀ ਕੋ ਸੈਲੋ ਗੋਦਾਮ ਵਿੱਚ ਗਏ। ਬਾਕੀ ਇੱਕ ਇਹੋ ਜਿਹੀ ਕਿਹੜੀ ਮਜਬੂਰੀ ਸੀ ਜਿਹੜੀ ਉਹਨਾਂ ਗਾੜੀ ਝੁਕਣਾ ਪਸੰਦ ਕਰਦੇ ਆ? ਵੇਖੋ ਜੀ ਜਦੋਂ 5-5 10-10 ਦਿਨ ਜਿਹਨਾਂ ਸਰਕਾਰਾਂ ਕਿਸਾਨਾਂ ਨੇ ਕਣਕ ਜੋ ਉੱਥੇ ਰੱਖੀ ਆ ਤੇ ਸਰਕਾਰਾਂ ਨੇ ਨਹੀਂ ਚੁੱਕੀ। ਬਾਕੀ ਅਸੀਂ ਇਹ ਵੀ ਚਾਹੁੰਦੇ ਕਿ ਸਾਡੇ ਸਰਕਾਰ ਕਿਸਾਨਾਂ ਦੀ ਵੀ ਕੋਈ ਥਾਂ ਤੇ ਕਈਆਂ ਥਾਵਾਂ ਤੇ ਨਲਾਇਕੀ ਰਹੀ ਆ ਕਿ 1000 ਰੁਪਏ ਦੇ ਥਾਂ ਲੈਣ ਦੇ ਬਦਲੇ ਉਹਨਾਂ ਨੇ ਜਿਹੜਾ ਆ ਮਤਲਬ ਉਹ ਝੁਕ ਗਏ ਆ। ਪਰ ਇਹ ਝੁਕਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਸਾਡਾ ਮੰਡੀਕਰਨ ਬਣਿਆ ਰਵੇ ਤੇ ਸਾਨੂੰ ਸਰਕਾਰੀ ਸਾਡੇ ਆਂਦਰੇ ਜਿਹੜੇ ਉਹ ਸਹੀ ਸਲਾਮਤਾਂ ਨੂੰ ਮਿਲਣ, ਚਾਹੇ ਸਕੂਲ ਆ, ਚਾਹੇ ਹਸਪਤਾਲ ਆ, ਚਾਹੇ ਮੰਡੀਕਰਨ ਆ, ਸਾਨੂੰ ਸਰਕਾਰੀ ਆਂਦਰੇ ਜਿਹੜੇ ਸਾਨੂੰ ਉਹੀ ਹਨ। ਮੈਂ ਸਤਨਾਮ ਸਿੰਘ ਬਾਣੂਚਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ। ਕੀ ਅੱਜ ਦਾ ਜਿਹੜਾ ਤੁਹਾਡਾ ਏਜੰਡਾ ਕਾਹਦੇ ਸੰਬੰਧ ਵਿੱਚ ਤੁਸੀਂ ਇੱਥੇ? ਅੱਜ ਦਾ ਸਾਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਵਾ ਲਗਭਗ ਸਾਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਆ। ਸੰਕੇਤਕ ਧਰਨੇ ਆ, ਸਰਕਾਰ ਨੂੰ ਚੇਤਾਵਨੀ ਪੱਤਰ ਆ, ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ। ਪਿਛਲੇ ਸਮੇਂ ਜੋ ਦਿੱਲੀ ਕਾਲੇ ਕਾਨੂੰਨਾਂ ਦੇ ਬਰਖਲਾਫ ਲੜਾਈ ਲੜ ਰਹੇ ਸਾਂ, ਭਾਰਤ ਦੀ ਸਰਕਾਰ ਨੇ ਜਦੋਂ ਕਾਲੇ ਕਾਨੂੰਨ ਵਾਪਸ ਲੈ ਰੱਦ ਕੀਤੇ ਆ, ਉਸ ਸਮੇਂ ਸਮਝੌਤਾ ਆਇਆ ਸੀ ਵੀ MSP ਬਣਾਵਾਂਗੇ, ਕਈਆਂ ਫਸਲਾਂ ਦੇ ਉੱਤੇ ਜਿਹੜਾ ਗਰੰਟਡ MSP ਬਣਾਵਾਂਗੇ, ਉਹਦੀ ਕਮੇਟੀ ਬਣਾਵਾਂਗੇ। ਉਹ ਕੁਝ ਨਹੀਂ ਕੀਤਾ ਗਿਆ। ਨਾਲ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾ ਵਾਪਰੀ ਸੀ, ਉਹਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ। ਅਜੇ ਮਿਸ਼ਰਾ ਜਿਹੜਾ ਵਾ ਮੰਤਰੀ ਮੰਡਲ ਦੇ ਵਿੱਚ ਉਹਨੂੰ ਬਰਖਾਸਤ ਕਰਾਂਗੇ। ਨਾਲ ਜਿਹੜੇ ਆ ਜਿੰਨੇ ਵੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਸਿਰ ਪਰਚੇ ਹੋਏ ਉਹ ਰੱਦ ਕਰਾਂਗੇ। ਜਿੰਨੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਵਾ ਮੁਆਵਜ਼ਾ ਦਿੱਤਾ ਜਾਊਗਾ। ਨਾਲ ਇੱਕ ਚੀਜ਼ ਨੂੰ ਨੌਕਰੀ ਦਿੱਤੀ ਜਾਊਗੀ। ਇਹ ਆ ਭਾਰਤ ਦੀ ਸਰਕਾਰ ਨੂੰ ਇਹਦੇ ਬਰਖਲਾਫ ਆ। ਜਿਹੜੀ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਚੋਣਾਂ ਸਮੇਂ ਵੀ ਸਾਡੀ ਸਰਕਾਰ ਆਉਂਦਿਆਂ ਅਸੀਂ ਜਿਹੜਾ ਵਾ ਨਸ਼ਾ ਜਿਹੜਾ ਵਾ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ। ਕੋਈ ਵੀ ਬੱਚਾ ਜਿਹੜਾ ਨਸ਼ੇ ਨਾਲ ਨਹੀਂ ਮਰੂਗਾ।
ਕੱਲ 2 ਬੱਚੇ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਓਵਰਡੋਜ਼ ਦੇ ਨਾਲ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ। ਨਾਲ ਉਹਨਾਂ ਕਿਹਾ ਵੀ ਰੇਤ ਦੀ ਮੈਨਿੰਗ ਜਿਹੜੀ ਆ ਉਹਦੇ ਤੋਂ ਜਿਹੜਾ ਵਾ ਸਿਆਸੀ ਗਲਬਾਵਾ ਨੂੰ ਢਾਇਆ ਜਾਊ, ਪਰ ਉਹ ਜਿਉਂ ਦੀ ਤਿਉਂ ਰੇਤ ਦੀ ਮੈਨਿੰਗ ਦੇ ਉੱਤੇ ਵੀ ਉਸੇ ਤਰ੍ਹਾਂ ਸਿਆਸੀ ਗਲਬਾਵਾ ਇੱਕ ਵੀ ਮਾਸਾ ਜਿੰਨਾ ਫਰਕ ਨਹੀਂ ਪਿਆ। ਨਾਲ ਉਹਨਾਂ ਕਿਹਾ ਵੀ ਭ੍ਰਿਸ਼ਟਾਚਾਰ ਜਿਹੜਾ ਵਾ ਕਿਸੇ ਵੀ ਦਫ਼ਤਰ ਦੇ ਵਿੱਚ ਨਹੀਂਗਾ, ਸਾਫ਼ ਸੁਥਰਾ ਪ੍ਰਸ਼ਾਸਨ ਮਿਲੂਗਾ। ਪਰ ਅੱਜ ਜਾ ਕੇ ਕਿਸੇ ਵੀ ਦਫ਼ਤਰ ਦੇ ਵਿੱਚ ਵੇਖ ਲਓ, ਪੈਸੇ ਤੋਂ ਬਗੈਰ ਕੱਖ ਵੀ ਨਹੀਂ ਜੇ ਹੋ ਰਿਹਾ। ਇਹ ਸਾਰਾ ਕੁਝ ਜਿਹੜਾ ਵਾ ਇਹ ਬਗੈਰ ਪੈਸੇ ਹੋਣਾ ਸੀ ਸਰਕਾਰ ਨੇ ਜਿਹੜਾ ਕਰਨਾ, ਇਹ 'ਤੇ ਵੀ ਸਰਕਾਰ ਜਿਹੜੀ ਫੇਲ ਹੋਈ ਆ। ਨਾਲ ਬੱਤੀ ਦੀ ਗੱਲ ਸੀ ਵੀ ਅਸੀਂ 2020 ਵਾਲਾ ਸਮਝੌਤਾ ਰੱਦ ਕਰਕੇ ਤੇ ਜਿਹੜੀ ਆ ਨਿਰਵਿਘਨ ਬੱਤੀ ਸਪਲਾਈ ਟਿਊਬਵੈੱਲਾਂ ਨੂੰ 16 ਘੰਟੇ ਦੇਵਾਂਗੇ ਤੇ ਕਿਸੇ ਵੀ ਪੇਂਡੂ ਘਰੇਲੂ ਨੂੰ ਜਿਹੜਾ ਕੱਟ ਨਹੀਂ ਲੱਗੂਗਾ। ਪਰ ਉਹ ਤੁਸੀਂ ਹਾਲਤ ਵੇਖ ਲਓ ਵੀ 2 ਘੰਟੇ ਟਿਊਬਵੈੱਲਾਂ ਨੂੰ ਬੱਤੀ ਆ ਰਹੀ ਆ ਤੇ ਪਿੰਡਾਂ ਦੇ ਵਿੱਚ 15-15 18-18 ਘੰਟੇ ਕੱਟ ਲੱਗ ਰਹੇ ਨੇ। ਇਹ ਆ ਨਾਲ ਕਰਜ਼ੇ ਕਾਰ ਜਿਹੜਾ ਕਿਸਾਨਾਂ ਦੇ ਕਰਜ਼ੇ ਕਾਰਨ ਜਿਹੜਾ ਵਾ ਕਿਸੇ ਵੀ ਕਿਸਾਨ ਨੂੰ ਜਿਹੜਾ ਵਾ ਗਿਰਫਤਾਰ ਨਹੀਂ ਕੀਤਾ ਜਾਊਗਾ, ਉਹਦੇ ਵਾਰੰਟ ਜਾਰੀ ਨਹੀਂ ਕੀਤੇ ਜਾਊ। ਕੋਈ ਵੀ ਕਿਸਾਨ ਜਿਹੜਾ ਖੁਦਕੁਸ਼ੀ ਨਹੀਂ ਕਰੂਗਾ। ਉਹ ਤੁਸੀਂ ਵੇਖ ਲਓ ਵੀ 9200 ਕਿਸਾਨ ਦੇ ਪੰਜਾਬ ਦੇ ਵਿੱਚ ਜਿਹੜੇ ਆ ਵਾਰੰਟ ਜਾਰੀ ਹੋ ਗਏ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਣ ਦੀਆਂ ਤਿਆਰੀਆਂ ਵਾ। ਇਸੇ ਤਰ੍ਹਾਂ ਹੀ ਜਿਹੜਾ ਵਾ ਵਿਦਿਆ ਤੇ ਜਿਹੜਾ ਵਾ ਸਰਕਾਰ ਜਿਹੜੀ ਹੈ ਫੇਲ ਆ, ਕਿਉਂਕਿ ਇਹਨਾਂ ਵਰਦੀਆਂ ਦੀ ਗੱਲ ਕੀਤੀ, ਕਿਤਾਬਾਂ ਦੀ ਗੱਲ ਕੀਤੀ ਸੀ, ਉਹ ਸਕੂਲਾਂ ਵਾਲਿਆਂ ਨੇ ਆਪਦੇ ਸਕੂਲ ਚੋਂ ਕੱਢ ਕੇ ਤੇ ਬਾਹਰ ਦੁਕਾਨ ਲਾ ਲਈ ਆ। ਉਸੇ ਤਰ੍ਹਾਂ ਹੀ ਆ ਜਿਉਂ ਦੀ ਤੇ ਉਹ ਕੋਈ ਵੀ ਫਰਕ ਨਹੀਂਗਾ। ਦਿਨ ਦੀ ਵੀ ਕਤਲ ਹੋ ਰਿਹਾ, ਦਿਨ ਦੀ ਵੀ ਡਾਕੇ ਵੱਜ ਰਿਹਾ, ਦਿਨ ਦੀ ਵੀ ਗੋਲੀ ਚੱਲ ਰਹੀ ਆ। ਇਹ ਪ੍ਰਸ਼ਾਸਨ ਵੀ ਕੁੰਭਕੀਰ ਦੀ ਨੀਂਦ ਸੁੱਤਾ ਵਾ। ਲਾਅ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ। ਕੋਈ ਵੀ ਸੁਧਾਰ ਨਹੀਂਗਾ, ਕੋਈ ਪ੍ਰਸ਼ਾਸਨ ਨਹੀਂ ਕਰ ਰਿਹਾ, ਨਾ ਜ਼ਿਲ੍ਹੇ ਦਾ ਡੀਸੀ ਨਾ ਐਸਐਸਪੀ। ਸਿਰਫ ਤੇ ਸਿਰਫ ਇਹ ਵੀ ਆਪਣੀਆਂ ਜਾਇਦਾਦਾਂ ਬਣਾਉਣ ਨੂੰ ਜਿਹੜੇ ਇੱਥੇ ਬੈਠੇ ਦਫ਼ਤਰਾਂ ਦੇ ਵਿੱਚ, ਇਹ ਵੀ ਸਿਰਫ ਜਾਇਦਾਦਾਂ ਨਾਲ ਸੀਮਿਤ ਹੈ। ਇਹਨਾਂ ਨੂੰ ਵੀ ਕੋਈ ਸਰਕਾਰ ਬਦਲਦੀ ਨਾਲ ਕੋਈ ਇਹਨਾਂ ਤੇ ਪ੍ਰਭਾਵ ਨਹੀਂ ਪਿਆ ਤੇ ਇਹ ਵੀ ਉਲਟਾ ਸਿੱਧਾ ਸਾਰੀਆਂ ਬੋਲ ਰਿਹਾ। ਜਿਹੜਾ ਵਾ ਕਿਸਾਨ ਦਾ ਜਿਹੜਾ ਵਾ ਐਰਕੀ ਝਾੜ ਕੱਟਣ 5-7 ਕੁਇੰਟਲ ਕਣਕ ਦਾ ਝਾੜ ਕੱਟ ਗਿਆ, ਜਿਹੜੀ ਅਗੇਤੀ ਗਰਮੀ ਆਈ ਆ ਉਹਦੇ ਨਾਲ ਜਿਹੜਾ ਵਾ ਕਣਕ ਜਿਹੜੀ ਆ ਘੱਟ ਨਿਕਲੀ ਆ। ਉੱਤੇ ਸਾਡੀ ਮੰਗ ਆ ਵੀ 500 ਰੁਪਇਆ ਬੋਨਸ ਦਿੱਤਾ ਜਾਵੇ। ਨਾਲ ਜਿਹੜਾ ਵਾ ਨਹਿਰਾਂ ਦੀ ਖਲਾਈ ਕਰਕੇ ਜਿਹੜਾ ਪਾਣੀ ਦਾ ਪੱਧਰ ਟੁੱਟ ਰਿਹਾ ਵਾ, ਜੇ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਵੇ ਤੇ ਫਿਰ ਪਾਣੀ ਪੱਧਰ ਜਿਹੜਾ ਥੱਲੜਾ ਨਹੀਂ ਟੁੱਟ ਸਕਦਾ। ਝੋਨੇ ਦੀ ਬਿਜਾਈ ਸਿੱਧੀ ਦੀ ਗੱਲ ਕਰਦੇ ਆ ਵੀ ਅਸੀਂ ਝੋਨੇ ਦੀ ਬਿਜਾਈ ਸਿੱਧੀ ਕਰਨੀ ਚਾਹੁੰਦੇ ਹਾਂ। ਅਸੀਂ ਆਨੇ ਝੋਨਾ ਸਾਨੂੰ ਲਵਾਓ ਹੀ ਨਾ, ਸਾਡੀ ਫਸਲ ਹੀ ਨਹੀਂ। ਆ ਜਿਹੜੀਆਂ 23 ਫਸਲਾਂ ਉਹਨਾਂ ਤੇ ਗਰੰਟੀ ਕਰੋ, ਉਹਨਾਂ ਤੇ MSP ਬਣਾਓ ਤੇ ਜਿਹੜਾ ਵਾ ਉਹਨਾਂ ਦਾ ਭਾਅ ਦਿਓ, ਕਿਉਂਕਿ ਅਸੀਂ ਤੇ ਸਾਰਾ ਕੁਝ ਕਰਨ ਨੂੰ ਤਿਆਰ। ਅਸੀਂ ਮੱਕੀ ਬੀਜਣ ਨੂੰ ਤਿਆਰ ਆ, ਬੀਜੀ ਆ। ਜਿੱਥੇ ਹੋਰ ਤੁਸੀਂ ਮੰਗਾਂ ਜਿਹੜੀਆਂ ਸਰਕਾਰ ਦੇ ਅੱਗੇ ਰੱਖੀਆਂ ਨੇ, ਉੱਥੇ ਮੰਡੀਕਰਨ ਕਿਉਂ ਨਹੀਂ ਮੰਗਦੇ? ਮੰਡੀਕਰਨ ਮੰਗ ਰਿਹਾ ਜੀ। ਮੰਡੀਕਰਨ ਦੀ ਲੜਾਈ ਚੱਲੀ ਦਿੱਲੀ ਦੇ ਵਿੱਚ, ਲਗਾਤਾਰ ਮੰਡੀ ਬਚਾਉਣ ਦਾ ਕਰਕੇ ਲੜਾਈ ਚੱਲੀ। ਜਿਹੜੀ ਝੋਨਾ ਫਸਲ ਹੈ ਪੰਜਾਬ ਦੀ ਖੇਤੀ ਨਹੀਂ ਹੈਗੀ। ਨਹੀਂ ਜੀ, ਅਸੀਂ ਵੀ ਮੰਨਦੇ ਇਸ ਚੀਜ਼ ਨੂੰ ਵੀ ਪੰਜਾਬ ਦੀ ਖੇਤੀ ਨਹੀਂ, ਪਰ ਦੂਜਾ ਜਿਹੜਾ ਵਾ ਬਦਲਾਅ, ਜਿਹੜਾ ਫਸਲੀ ਬਦਲਾਅ ਲਿਆਉਣਾ, ਉਹਦੇ 'ਚ ਸਰਕਾਰ ਜੇ ਨਾਕਾਮ ਹੈ, ਸਰਕਾਰ ਪਾਸਾ ਵੱਟ ਲਈ। ਕਿਉਂਕਿ ਸਰਕਾਰ ਦੀ ਮਨਸ਼ਾ ਆ ਵੀ ਇਸ ਆ ਜਿਹੜੀ ਉਪਜਾਊ ਸ਼ਕਤੀ ਆ, ਧਰਤੀ ਆ, ਇਹਦੇ ਤੇ ਅਸੀਂ ਅਡਾਨੀਆਂ ਬਾਨੀਆਂ ਦਾ ਕਬਜ਼ਾ ਕਰਾਉਣਾ ਵਾ, ਇਹ ਉਹਨਾਂ ਧਨਾਟਾਂ ਨੂੰ ਦੇਣੀ ਹੈ। ਇਸ ਕਰਕੇ ਸਾਨੂੰ ਇਹ ਜਿਹੜਾ ਵਾ ਫਸਲੀ ਜਿਹੜਾ ਵਾ ਬਦਲ ਫਸਲੀ ਆ, ਉਹ ਸਾਨੂੰ ਨਹੀਂ ਦੇ ਰਿਹਾ, ਉਹਦਾ ਭਾਅ ਨਹੀਂ ਦੇ ਰਿਹਾ। ਇੱਕ ਹੋਰ ਸਵਾਲ ਆ, ਹੈ ਤਾਂ ਕੋੜਾ ਹੀ ਆ ਪਰ ਕਰਾਂਗਾ ਜ਼ਰੂਰ। ਜਿਹੜੀ ਨਾੜ ਨੂੰ ਅੱਗ ਲਾਈ ਜਾਂਦੀ ਆ, ਉਹਦੇ ਨਾਲ ਬਹੁਤ ਜ਼ਿਆਦਾ ਐਕਸੀਡੈਂਟ ਤੇ ਨੁਕਸਾਨ ਹੋ ਰਹੇ ਨੇ ਤੇ ਜਿਹੜੇ ਚਲੋ ਉਹਦੇ ਵਿੱਚ ਕਈ ਜੀਵ ਜੰਤੂ ਵੀ ਸੜ ਜਾਂਦੇ ਨੇ ਤੇ ਜਿਹੜੇ ਕਈ ਧਰਤੀ ਦੇ ਗਡੋਏ ਮਿੱਤਰ ਹੁੰਦੇ ਨੇ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ। ਕੀ ਇਹ ਜਾਇਜ਼ ਹੈ? ਵੇਖੋ ਜੀ, ਬਹੁਤ ਵਧੀਆ ਤੁਹਾਡਾ ਸਵਾਲ ਆ। ਅਸੀਂ ਵੀ ਇਸ ਧਰਤੀ ਤੇ ਜਾਏ ਆ, ਅਸੀਂ ਵੀ ਇਸ ਧਰਤੀ ਦੀ ਸੁੱਖ ਮੰਗਦੇ ਆ, ਅਸੀਂ ਵੀ ਇਸ ਧਰਤੀ ਨੂੰ ਚਾਹੁੰਦੇ ਆ ਵੀ ਹਰੀ ਭਰੀ ਰਵੇ, ਵਾਤਾਵਰਨ ਪ੍ਰੇਮੀ ਆ। ਪਰ ਕੀ ਵਾਪਰ ਰਿਹਾ ਵਾ ਵੀ ਇਹਦੀਆਂ ਵੀ ਸਰਕਾਰਾਂ ਜ਼ਿੰਮੇਵਾਰ ਆ, ਕਿਉਂਕਿ ਸਰਕਾਰਾਂ ਬੱਤੀ ਦੇਣ, ਪੂਰੀ ਬੱਤੀ ਦੇਣ, ਨਹਿਰਾਂ ਦੇ ਵਿੱਚ ਪਾਣੀ ਦੇਣ ਤੇ ਆ ਜਿਹੜੀ ਅੱਗ ਲਾਉਣ ਦੀ ਲੋੜ ਨਾ ਪਵੇ, ਅਸੀਂ ਡੱਕਦੇ ਆ। ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਹਿੰਦੀ ਆ ਵੀ ਅੱਗ ਜਿਹੜੀ ਆ ਨਾ ਲਾਈਏ, ਇਹਨਾਂ ਨੂੰ ਇਸ ਤਰ੍ਹਾਂ ਹੀ ਵਾਹੀਏ, ਪਰ ਵਾਗ ਹੀ ਨਹੀਂ ਰਹੇ। ਜਾ ਕੇ ਪੈਲੀ ਦੇ ਵਿੱਚ ਵੇਖੋ ਹਾਲਤ ਕੀ ਆ ਵੀ ਪੈਲੀ ਪੱਥਰ ਹੋ ਚੁੱਕੀ ਆ। ਅੱਗ ਲਾਉਣ ਦੇ ਨਾਲ ਫਿਰ ਪੈਲੀ ਵਗ ਜਾਂਦੀ ਹੈ। ਅੱਗ ਲਾਉਣ ਦੇ ਨਾਲ ਉਹਦੇ ਚੋਂ ਘਾਹ ਪੂਰ ਸੜ ਜਾਂਦਾ ਵਾ ਜਿਹੜਾ ਵਾ, ਤੇ ਉਹ ਜਦੋਂ ਪਾਣੀ ਆਊਗਾ ਉਦੋਂ ਪੈਲੀ ਵਗਣੀ ਆ। ਦੇਖੋ, ਅਸੀਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਆ, ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ, ਦੁਲਾਰ ਦਿੰਦੇ ਆ ਤੇ ਜਿਹੜੇ ਕਈ ਇਹੋ ਜਿਹੇ ਜੀਵ ਨੇ ਜਿਨ੍ਹਾਂ ਨੇ ਆਂਡੇ ਦਿੱਤੇ ਹੁੰਦੇ ਨੇ ਤੇ ਜਦੋਂ ਉਹ ਚਾਹਵੇ ਜਿਹੜਾ ਜੀਵ, ਜਿਹੜਾ ਪੰਛੀ, ਉਹ ਉੱਡ ਸਕਦਾ ਏ ਪਰ ਉਹ ਆਪਣੇ ਬੱਚੇ ਛੱਡ ਕੇ ਉੱਡਦਾ ਨਹੀਂ, ਉੱਥੇ ਸੜ ਕੇ ਸਵਾਹ ਹੋ ਜਾਂਦਾ ਏ। ਬਹੁਤ ਵੱਡਾ ਨੁਕਸਾਨ ਹੈ ਜੀ ਇਸ ਚੀਜ਼ ਦਾ, ਮੰਨਦੇ ਅਸੀਂ ਇਸ ਚੀਜ਼ ਨੂੰ, ਬਹੁਤ ਵੱਡਾ ਨੁਕਸਾਨ ਹੈ। ਪਰ ਕੁਝ ਜ਼ਿੰਮੇਵਾਰ ਸਰਕਾਰਾਂ ਮਹਿਦੀਆਂ, ਇਹ ਤੁਸੀਂ ਵੀ ਜਾਣਦੇ ਸਾਰਾ ਵੀ ਜੇ ਸਰਕਾਰਾਂ ਸਹੀ ਜਿਹੜਾ ਵਾ ਤਰੀਕੇ ਦੇ ਨਾਲ ਆਪਣਾ ਜੋ ਬਣਦਾ ਵਾ ਕਿਸਾਨ ਨੂੰ ਉਹ ਦਿੱਤਾ ਜਾਵੇ, ਚਾਹੇ ਉਹ ਸਰਕਾਰ ਉਹਦੀ ਜ਼ਿੰਮੇਵਾਰੀ ਸਹੀ ਨਿਭਾਵੇ। ਹੁਣ ਆਖਰ ਖੀਰ ਗੱਲ ਤੇ ਫਿਰ ਉੱਥੇ ਆਣ ਕੇ ਮੁੱਕਦੀ ਨਾ ਵੀ ਜੇ ਸਹੀ ਪਾਣੀ ਦਿੱਤਾ ਜਾਵੇ ਤੇ ਅੱਜ ਉਹ ਨਾੜ ਲੂਣ ਦੀ ਲੋੜ ਨਾ, ਇੱਕ ਬੰਨੇ ਨਾੜ ਨੂੰ ਅੱਗ ਲੱਗਦੀ ਆ ਤੇ ਉਹ
ਲੱਖਾਂ ਹੀ ਏਕੜ ਜਿਹੜੇ ਆ ਉਹ ਜਿਹੜੇ ਆ ਤਬਾਹ ਹੋ ਜਾਂਦੇ, ਕਿਉਂਕਿ ਅੱਗ ਬੁਝਦੀ ਨਹੀਂ। ਪਿਛਲੇ ਸਮੇਂ ਦੇ ਵਿੱਚ ਅੱਜ ਇਹ ਗੱਲ ਹੋ ਰਹੀ ਆ ਵੀ ਠੀਕ ਆ ਅੱਗ ਲਾਇਆ ਜਾ ਰਹੀ ਨਾੜ ਨੂੰ, ਪਰ ਕੋਈ ਕਣਕ ਨੂੰ ਅੱਗ ਤਾਂ ਨਹੀਂ ਲਾਉਂਦਾ। ਕਿਸੇ ਨੇ ਕੋਈ ਇਹੋ ਜਿਹਾ ਕਿਸਾਨ ਤਾਂ ਨਹੀਂ ਵੀ ਆਪਣੀ ਕਣਕ ਹੀ ਲੂ ਲੂਗਾ। ਉਹ ਪਿਛਲੇ ਸਮੇਂ ਦੇ ਵਿੱਚ ਇਹ ਵੀ ਘਟਨਾਵਾਂ ਵਾਪਰੀਆਂ ਵੀ ਕਣਕ ਸੜੀ ਆ, 15-15 ਏਕੜ 50-50 ਏਕੜ ਇਕੱਠੀ ਕਣਕ ਸੜ ਗਈ ਆ, ਤਬਾਹੀ ਹੋ ਗਈ ਆ। ਤੇ ਲੋਕਾਂ ਨੇ ਅੱਗ ਬੁਝਾਉਣ ਦੀ ਖਾਤਰ ਆਪਣੀਆਂ ਮਸ਼ੀਨਰੀਆਂ ਸਾੜ ਲਈਆਂ, ਆਪਣੀਆਂ ਜਾਨਾਂ ਕੁਰਬਾਨ ਕਰ ਲਈਆਂ। ਇਸ ਕਰਕੇ ਤੇ ਸਰਕਾਰਾਂ ਜ਼ਿੰਮੇਵਾਰ ਆ, ਕਿਉਂਕਿ ਬੱਤੀ ਦੇ ਪ੍ਰਬੰਧ ਸਹੀ ਨਹੀਂ ਗੇ, ਨਹਿਰੀ ਪ੍ਰਬੰਧ ਸਹੀ ਨਹੀਂ ਗਾ। ਤੇ ਜਿਹੜੀਆਂ ਸਰਕਾਰਾਂ ਜਦੋਂ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਤੇ ਫਿਰ ਲੋਕ ਵੀ ਆਪਣੀਆਂ ਜਿਹੜੀਆਂ ਮਰਜ਼ੀਆਂ ਕਰ ਰਹੇ ਆ। ਸਰਕਾਰ ਜ਼ਿੰਮੇਵਾਰੀ ਤੇ ਆ ਜੇ ਤੇ ਲੋਕਾਂ ਤੇ ਵੀ ਜਿਹੜਾ ਵਾ ਵੱਡੀਆਂ ਆਸਾਂ ਵਾ। ਕੱਲ ਇੱਕ ਬਟਾਲੇ ਦੇ ਲਾਗੇ ਬਹੁਤ ਵੱਡੀ ਘਟਨਾ ਵਾਪਰੀ ਅੱਗ ਲਾਉਣ ਦੇ ਕਰਕੇ। ਸਕੂਲ ਦੀ ਬੱਸ ਆ ਰਹੀ ਭਰੀ ਬੱਚਿਆਂ ਦੇ, ਉਹ ਅੱਗ ਦੀ ਲਪੇਟ ਦੇ ਵਿੱਚ ਆ ਗਈ ਆ। ਬੱਚਿਆਂ ਦਾ ਬਹੁਤ ਨੁਕਸਾਨ ਹੋਇਆ, ਜਿਹੜੀ ਬੱਸ ਉਹ ਸੜ ਕੇ ਸਵਾਹ ਹੋ ਗਈ ਆ। ਜ਼ਿੰਮੇਵਾਰ ਕੌਣ ਹੈ? ਦੁਖਦਾਈ ਘਟਨਾ ਬਹੁਤ ਮਾੜੀ ਗੱਲ ਆ। ਪਰ ਅੱਗ ਜਿਹੜੀ ਆ ਇਸ ਤਰ੍ਹਾਂ ਵੇਖ ਰਹੇ ਅਸੀਂ, ਉਹ ਸਾਡੇ ਕੋਲ ਜਿਹੜਾ ਆਇਆ ਵੀ ਆ ਵੀ ਤੁਰੇ ਜਾਂਦੇ ਕਈ ਸ਼ੈਤਾਨੀ ਨਾਲ ਵੀ ਜਿਹੜਾ ਲਾ ਜਾਂਦੇ ਆ, ਕਿਉਂਕਿ ਨਾੜ ਬਰੂਦ ਆ। ਤੁਰਿਆ ਜਾਂਦਾ ਜਿਹੜਾ ਵਾ, ਚਾਹੇ ਕੋਈ ਮੋਟਰਸਾਈਕਲ ਦੀ ਮੰਨ ਲਓ ਸਲੈਂਸਰ ਵਿੱਚ ਦੀ ਅੱਗ ਨਿਕਲ ਗਈ, ਚਾਹੇ ਕਿਸੇ ਗੱਡੀ ਦੀ ਸਲੈਂਸਰ ਵਿੱਚ ਦੀ ਅੱਗ ਨਿਕਲ ਗਈ, ਸੜਕਾਂ ਲਾਗੇ ਇਦਾਂ ਵੀ ਜ਼ਿਆਦਾ ਲੱਗ ਰਹੀ ਆ। ਤੁਸੀਂ ਜ਼ਿੰਮੇਵਾਰ ਵਿਅਕਤੀ ਜੋ ਕਿਸਾਨ ਸੰਘਰਸ਼ ਕਮੇਟੀ ਦੇ, ਤੁਸੀਂ ਕਿਉਂ ਨਹੀਂ ਇਹਨਾਂ ਕਿਸਾਨਾਂ ਨੂੰ ਸੁਚੇਤ ਕਰਦੇ? ਸਾਡਾ ਵੇਖੋ, ਅਸੀਂ ਵੱਖ-ਵੱਖ ਅਦਾਰਿਆਂ ਦੇ ਵਿੱਚ ਮੀਟਿੰਗਾਂ ਲਾ ਕੇ ਅਸੀਂ ਸੁਚੇਤ ਕਰਦੇ ਰਹਿੰਦੇ ਆ, ਅਸੀਂ ਬੋਲਦੇ ਵੀ ਰਹਿੰਦੇ ਆ ਵੀ ਜਿਹੜਾ ਵਾ ਅਸੀਂ ਇਸ ਵਾਤਾਵਰਨ ਨੂੰ ਬਣਾਈਏ, ਬਚਾਈਏ। ਕਿਉਂਕਿ ਵਾਤਾਵਰਨ ਦਰਖਤਾਂ ਦੀ ਵੀ ਲੋੜ ਆ, ਦਰਖਤ ਲਾਉਣ ਵਾਸਤੇ ਵੀ ਅਸੀਂ ਜ਼ੋਰ ਦੇ ਰਹੇ ਆ ਇਸ ਵਾਤਾਵਰਨ ਨੂੰ ਬਚਾਉਣ ਵਾਸਤੇ, ਕਿਉਂਕਿ ਸਾਨੂੰ ਇਹ ਵਾਤਾਵਰਨ ਪ੍ਰਦੂਸ਼ਿਤ ਹੋਣ ਦੇ ਨਾਲ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਸਾਰੇ ਹੀ ਰੋਗੀ ਆ, ਸਾਰੇ ਦਵਾਈਆਂ ਲੈ ਰਹੇ ਆ, ਕਿਉਂਕਿ ਵਾਤਾਵਰਨ ਸ਼ੁੱਧ ਨੀਗਾ। ਪਰ ਆਖਰ ਖੀਰ ਦੀ ਬਾਕੀ ਇਹਦਾ ਜ਼ਿੰਮੇਵਾਰ ਕਿਸਾਨ ਨੀਗਾ, ਇਹਦੀਆਂ ਜ਼ਿੰਮੇਵਾਰ ਸਰਕਾਰਾਂ ਵਾ, ਕਿਉਂਕਿ ਹੋਰ ਵੀ ਵੱਡਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ। ਕਿਤੇ ਨਹੀਂ ਲੱਗਦਾ ਕਿ ਮਤਲਬ ਅਸੀਂ ਪੱਲਾ ਝਾੜ ਕੇ ਤੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਾਂ? ਮੰਨ ਲਓ ਇਹ ਕਿਤਨਾ ਹੋ ਸਕਦਾ ਪੱਲਾ, ਜ਼ਿੰਮੇਵਾਰੀਆਂ ਤੋਂ ਪੱਲਾ ਝਾੜਦੇ ਪਏ ਕਿਤਨਾ ਹੋ ਸਕਦਾ? ਤੁਸੀਂ ਨਹੀਂ ਇਸ ਤਰੀਕੇ ਨੂੰ ਜਾਣਦੇ, ਤੁਸੀਂ ਜਾਣਦੇ ਜੇ ਸਾਰਾ ਕੁਝ ਵੀ ਅਸੀਂ ਕਿਉਂ ਪੱਲਾ ਝਾੜਾਂਗੇ। ਕਿਸਾਨ ਤੇ ਖੂਹਾਂ 'ਚ ਡੁੱਬ ਕੇ ਮਰ ਗਿਆ, ਕਿਸਾਨ ਬੱਤੀ ਨਾਲ ਲੱਗ ਕੇ ਮਰ ਗਿਆ। ਉਪਜ ਵਧਾਉਣ ਵਾਸਤੇ ਜਿਹੜਾ ਵਾ ਕੇਂਦਰੀ ਪੂਲ ਦਾ ਅਨਾਜ ਭੰਡਾਰ ਭਰਨ ਵਾਸਤੇ ਕਿਸਾਨ ਤੇ ਆਪਣੀ ਜ਼ਿੰਮੇਵਾਰੀ ਤੇ ਖਲੋਤਾ ਵਾ। ਕਿਸਾਨ ਨਹੀਂ ਇਹ ਜ਼ਿੰਮੇਵਾਰੀ ਤੋਂ ਭੱਜਦਾ, ਪਰ ਇਹਦੀਆਂ ਜ਼ਿੰਮੇਵਾਰ ਜਿਹੜੀਆਂ ਧਿਰਾਂ ਥੋੜੇ ਦਿਨ ਹੋ ਗਏ ਨੇ, ਸਾਲ ਡੇਢ ਸਾਲ ਆਪਾਂ ਦਿੱਲੀ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਧਰਨੇ ਲਾਏ ਆ, ਉਹਨਾਂ ਨੂੰ ਆਪਾਂ ਕਣਕ ਵੇਚੀ ਹੈ। ਕੀ ਆਪਾਂ ਜ਼ਿੰਮੇਵਾਰੀ ਤੋਂ ਭੱਜੇ ਨਹੀਂ? ਵੇਖੋ ਉਹ ਜਿਹੜਾ ਨਾ ਜਿੰਨਾ ਚਿਰ ਇਹ ਸਰਕਾਰਾਂ ਸੁਧਾਰ ਨਹੀਂ ਕਰਨਗੀਆਂ, ਉਹ ਸਰਕਾਰਾਂ ਦੀ ਸਹਿ ਦੇ ਉੱਤੇ ਸਾਰਾ ਕੁਝ ਹੋਇਆ। ਕਿਉਂਕਿ ਇੱਕ ਬੰਨੇ ਮੰਡੀਆਂ ਦਾ ਪ੍ਰਬੰਧ ਖਤਮ ਕਰਨਾ, ਇੱਕ ਬੰਨੇ ਕਿਸਾਨਾਂ ਨੂੰ ਜਿਹੜਾ ਵਾ 8-8 ਦਿਨ ਢੇਰੀਆਂ ਦੇ ਵਿੱਚ ਰੋਲਣਾ, ਉਹਨਾਂ ਨੂੰ ਬਾਰਦਾਨਾ ਨਾ ਦੇਣਾ, ਉਹਨਾਂ ਦਾ ਸਹੀ ਛਾਂ ਦਾ ਪ੍ਰਬੰਧ ਨਾ ਕਰਨਾ, ਉਹਨਾਂ ਦਾ ਪਾਣੀ ਦਾ ਪ੍ਰਬੰਧ ਨਾ ਕਰਨਾ, ਤੇ ਫਿਰ ਦੂਜੇ ਬੰਨੇ ਉਹ ਲਾਲਚ ਜਿਹੜਾ ਦਵਾ ਕੇ ਉਸ ਬੰਨੇ ਨੂੰ ਮੰਡੀਆਂ ਬੰਦ ਕਰਾਉਣੀਆਂ। ਇਹ ਵੀ ਸਰਕਾਰ ਜਿਹੜੀ ਆ ਉਸ ਰੂਪ ਤੋਂ ਕਾਲੇ ਕਾਨੂੰਨਾਂ ਤੋਂ ਪਿੱਛੇ ਹਟ ਕੇ ਤੇ ਇਸ ਬੰਨੇ ਦੀ ਜਿਹੜਾ ਵਾ ਉਹ ਘੇਰਾ ਘੱਤ ਰਹੀ ਹੈ।